Hello my dear students, my name is Veerpal Kaur. I am your Punjabi teacher. ਅੱਜ ਮੈਂ 5ਵੀਂ ਜਮਾਤ ਨੂੰ ਪੰਜਾਬੀ ਦਾ ਚੌਥਾ ਪਾਠ ਕਰਾਉਣ ਜਾ ਰਹੀ ਹਾਂ। ਚੌਥਾ ਪਾਠ ਆ ਬੇਟੇ ਆਪਣਾ ਕਵਿਤਾ ਧੀਆਂ। ਜਿਹੜੀ ਇਹ ਧੀਆਂ ਕਵਿਤਾ ਗੀ ਇਹ ਤਰਲੋਚਨ ਲੋਚੀ ਦੁਆਰਾ ਲਿਖੀ ਗਈ ਹੈ। ਇਹਦੇ ਵਿੱਚ ਬੇਟੇ ਕਵੀ ਨੇ ਦੱਸਿਆ ਏ ਕਿ ਔਰਤਾਂ ਕਿਸੇ ਵੀ ਪੱਖ ਤੋਂ ਮਰਦਾਂ ਤੋਂ ਘੱਟ ਨਹੀਂ ਹੁੰਦੀਆਂ। ਜਿਹੜੀ ਅੱਜ ਦੀ ਔਰਤ ਹੈਗੀ ਨਾ ਉਹ ਹਰ ਖੇਤਰ ਵਿੱਚ ਮੱਲਾ ਮਾਰ ਰਹੀ ਹੈਗੀ। ਆਪਾਂ ਨੂੰ ਧੀਆਂ ਨੂੰ ਵੀ ਪੁੱਤਰਾਂ ਦੇ ਵਾਂਗ ਹੀ ਪਿਆਰ ਕਰਨਾ ਚਾਹੀਦਾ ਤੇ ਸਾਰੇ ਪੁੱਤਰਾਂ ਵਾਲੇ ਹੱਕ ਦੇਣੇ ਚਾਹੀਦੇ ਆ। ਹੁਣ ਇਸ ਪਾਠ ਦਾ ਉਦੇਸ਼ ਕੀ ਹੈਗਾ? ਇਸ ਕਵਿਤਾ ਦਾ ਉਦੇਸ਼ ਵਿਦਿਆਰਥੀਆਂ ਨੂੰ ਧੀਆਂ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਤੇ ਧੀਆਂ ਨੂੰ ਇੱਜ਼ਤ ਮਾਣ ਦੇਣ ਦੀ ਪ੍ਰੇਰਨਾ ਦੇਣਾ ਹੈ। ਤਾਂ ਪੜੂੰਗੀ ਕਵਿਤਾ ਪੜ੍ਹ ਕੇ ਫਿਰ ਇਸ ਦੀ ਵਿਆਖਿਆ ਕਰੂੰਗੀ ਤੇ ਜਿਹੜੇ ਵਿੱਚ ਔਖੇ ਸ਼ਬਦ ਆਉਣਗੇ ਉਹਨਾਂ ਦੇ ਤੁਹਾਨੂੰ ਅਰਥ ਵੀ ਦੱਸੂੰਗੀ। ਧੀਆਂ ਘਰ ਦੀ ਰੌਣਕ ਹੁੰਦੀਆਂ, ਧੀਆਂ ਘਰ ਦੀ ਸ਼ਾਨ ਬਾਵਲਾ, ਜੰਮਣ ਤੋਂ ਪਹਿਲਾਂ ਨਾ ਤੋਰੋ, ਧੀਆਂ ਘਰ ਦੀ ਜਾਨ ਬਾਵਲਾ, ਧੀਆਂ ਘਰ ਦੀ ਸ਼ਾਨ ਬਾਵਲਾ। ਇਹਦੇ ਵਿੱਚ ਕਵੀ ਕੀ ਕਹਿ ਰਿਹਾ ਏ? ਸ਼ਾਨ ਹੁੰਦਾ ਬੇਟੇ ਸੁੰਦਰਤਾ, ਮਾਣ। ਕਵੀ ਕੀ ਕਹਿੰਦਾ ਵੀ ਜਿਹੜੀਆਂ ਧੀਆਂ ਨੇ ਉਹ ਘਰ ਦੀ ਸੁੰਦਰਤਾ ਹੁੰਦੀਆਂ ਨੇ, ਘਰ ਦਾ ਮਾਣ ਹੁੰਦੀਆਂ ਨੇ। ਇਹ ਜਿਹੜੀਆਂ ਧੀਆਂ ਨੇ ਉਹ ਆਪਣੇ ਪਿਤਾ ਨੂੰ, ਬਾਵਲ ਹੁੰਦਾ ਪਿਤਾ, ਆਪਣੇ ਪਿਤਾ ਨੂੰ ਕਹਿ ਰਹੇ ਆ ਕਿ ਜਿਹੜੀਆਂ ਧੀਆਂ ਨੇ ਉਹ ਘਰ ਦੀ ਸ਼ਾਨ ਹੁੰਦੀਆਂ ਨੇ, ਸੁੰਦਰਤਾ ਹੁੰਦੀਆਂ, ਮਾਣ ਹੁੰਦਾ, ਘਰ ਦੀ ਰੌਣਕ ਹੁੰਦੀਆਂ ਨੇ। ਜੰਮਣ ਤੋਂ ਪਹਿਲਾਂ ਨਾ ਤੋਰੋ, ਧੀਆਂ ਘਰ ਦੀ ਜਾਨ ਬਾਵਲਾ, ਧੀਆਂ ਘਰ ਦੀ ਸ਼ਾਨ ਬਾਵਲਾ। ਜਿਹੜੀ ਧੀ ਆ ਉਹ ਆਪਣੇ ਪਿਤਾ ਨੂੰ ਕਹਿ ਰਹੀ ਹੈਗੀ ਵੀ ਧੀਆਂ ਨੂੰ ਜੰਮਣ ਤੋਂ ਪਹਿਲਾਂ ਨਾ ਮਾਰੋ, ਧੀਆਂ ਨੂੰ ਵੀ ਇਸ ਜੱਗ ਵਿੱਚ ਆਉਣ ਦਿਓ, ਸੰਸਾਰ ਵਿੱਚ ਆਉਣ ਦਿਓ, ਕਿ ਜਿਹੜੀਆਂ ਧੀਆਂ ਨੇ ਉਹ ਘਰ ਦੀ ਜਾਨ ਹੁੰਦੀਆਂ ਨੇ। ਇਹ ਧੀਆਂ ਘਰ ਦੀ ਸੁੰਦਰਤਾ ਹੁੰਦੀਆਂ, ਘਰ ਦਾ ਮਾਣ ਹੁੰਦੀਆਂ ਹਨ। ਮੈਂ ਤਾਂ ਸੁੰਨ ਵਰਤਦੀ, ਵਿਹੜਾ ਸੁੰਨਾ ਜਾਪੇ, ਕਿਸੇ ਨੂੰ ਕੋਈ ਚਾਅ ਨਾ ਚੜਦਾ, ਇੰਜ ਕਿਉਂ ਕਰਦੇ ਮਾਪੇ, ਕਿਉਂ ਹੋਂਠਾਂ ਤੋਂ ਖਿੰਡ ਪੁੰਡ ਜਾਵੇ, ਸਭਨਾਂ ਦੀ ਮੁਸਕਾਨ ਬਾਵਲਾ, ਧੀਆਂ ਘਰ ਦੀ ਸ਼ਾਨ ਬਾਵਲਾ। ਸੁੰਨਾ ਹੁੰਦਾ ਬੇਟੇ ਚੁੱਪ, ਚਾਅ ਹੁੰਦਾ ਏ ਖੁਸ਼ੀ, ਹੋਂਠ ਹੁੰਦੇ ਆ ਬੁੱਲ। ਇਹਦੇ ਵਿੱਚ ਧੀ ਆਪਣੇ ਬਾਵਲ ਨੂੰ ਕੀ ਕਹਿ ਰਹੀ ਆ ਵੀ ਜਦੋਂ ਧੀ ਦਾ ਜਨਮ ਹੁੰਦਾ ਏ ਘਰ ਵਿੱਚ ਤਾਂ ਜਿਹੜਾ ਸਾਰਾ ਘਰ ਹੈਗਾ ਉਹ ਚੁੱਪ ਹੋ ਜਾਂਦਾ ਏ, ਸਾਰਾ ਘਰ ਸੁੰਨਾ ਹੋ ਜਾਂਦਾ ਏ, ਇੰਜ ਲੱਗਦਾ ਏ ਜਿਵੇਂ ਘਰ ਵਿੱਚ ਕੋਈ ਵੀ ਨਹੀਂ ਰਹਿ ਰਿਹਾ। ਕਿਸੇ ਨੂੰ ਕੋਈ ਚਾਅ ਨਾ ਚੜਦਾ, ਇੰਜ ਕਿਉਂ ਕਰਦੇ ਮਾਪੇ, ਵੀ ਜਿਹੜੇ ਮਾਪੇ ਹੁੰਦੇ ਆ, ਮਾਤਾ ਪਿਤਾ ਹੁੰਦੇ ਆ ਜਾਂ ਘਰ ਦੇ ਫੈਮਿਲੀ ਮੈਂਬਰਸ ਹੁੰਦੇ ਆ, ਉਹਨਾਂ ਨੂੰ ਕਿਸੇ ਨੂੰ ਵੀ ਕੁੜੀ ਦੇ ਜਨਮ ਤੇ ਕੋਈ ਖੁਸ਼ੀ ਨਹੀਂ ਹੁੰਦੀ, ਕੋਈ ਚਾਅ ਨਹੀਂ ਚੜਦਾ। ਕਿਉਂ ਹੋਂਠਾਂ ਤੋਂ ਖਿੰਡ ਪੁੰਡ ਜਾਵੇ, ਸਭਨਾਂ ਦੀ ਮੁਸਕਾਨ ਬਾਵਲਾ, ਧੀਆਂ ਘਰ ਦੀ ਸ਼ਾਨ ਬਾਵਲਾ। ਹੋਂਠ ਹੁੰਦੇ ਆ ਬੁੱਲ। ਧੀ ਕੀ ਕਹਿ ਰਹੀ ਹੈ ਆਪਣੇ ਬਾਵਲ ਨੂੰ, ਆਪਣੇ ਪਿਤਾ ਨੂੰ, ਵੀ ਜਦੋਂ ਧੀ ਦਾ ਜਨਮ ਹੁੰਦਾ ਏ ਤੇ ਜਿਹੜੇ ਉਹਦੇ ਮਾਪੇ ਆ ਉਹਨਾਂ ਦੇ ਬੁੱਲਾਂ ਤੋਂ ਜਿਹੜੇ ਖੁਸ਼ੀ ਹੁੰਦੀ ਆ, ਹਾਸਾ ਹੁੰਦਾ ਏ, ਮੁਸਕਾਨ ਹੁੰਦੀ ਆ, ਉਹ ਉੱਡ ਜਾਂਦੀ ਹੈਗੀ। ਪਰ ਜਿਹੜੀਆਂ ਧੀਆਂ ਆਈਆਂ ਉਹ ਘਰ ਦੀ ਸ਼ਾਨ ਹੁੰਦੀਆਂ ਨੇ, ਘਰ ਦਾ ਮਾਣ ਹੁੰਦੀਆਂ ਨੇ, ਘਰ ਦੀ ਸੁੰਦਰਤਾ ਹੁੰਦੀਆਂ। ਧੀਆਂ ਨੂੰ ਕੋਈ ਆਖੇ ਪੱਥਰ, ਕੋਈ ਕਹੇ ਪਰਾਈਆਂ, ਪੁੱਤਰ ਕਿਹੜੇ ਜੰਮਦੇ ਸਾਰ ਹੀ, ਵੱਡੀਆਂ ਕਰਨ ਕਮਾਈਆਂ, ਤੇਰੇ ਵਿਹੜੇ ਧੀਜੇ ਖੇਡੇ, ਕੀ ਤੇਰਾ ਨੁਕਸਾਨ ਬਾਵਲਾ, ਧੀਆਂ ਘਰ ਦੀ ਸ਼ਾਨ ਬਾਵਲਾ। ਇਹਦੇ ਵਿੱਚ ਹੁਣ ਧੀ ਕੀ ਕਹਿ ਰਹੀ ਹੈਗੀ? ਕਹਿੰਦਾ ਕੋਈ ਤਾਂ ਧੀਆਂ ਨੂੰ ਪੱਥਰ ਕਹਿੰਦਾ ਏ, ਕੋਈ ਕਹਿੰਦਾ ਇਹ ਤਾਂ ਪਰਾਇਆ ਤਾਂ ਨਾ, ਇਹਨਾਂ ਨੇ ਤਾਂ ਚਲੇ ਜਾਣਾ ਏ। ਪੁੱਤਰ ਕਿਹੜੇ ਜੰਮਦੇ ਸਾਰ ਹੀ, ਵੱਡੀਆਂ ਕਰਨ ਕਮਾਈਆਂ। ਪਰ ਕਹਿੰਦੇ ਜਦੋਂ ਪੁੱਤਰ ਦਾ ਜਨਮ ਹੁੰਦਾ ਕਿ ਉਹ ਜਨਮ ਲੈਣ ਸਾਰ ਹੀ ਵੱਡੇ ਕੰਮ ਕਰਨ ਲੱਗ ਜਾਂਦਾ ਏ, ਵੱਡੀਆਂ ਕਮਾਈਆਂ ਕਰਨ ਲੱਗ ਪੈਂਦਾ ਏ। ਤੇਰੇ ਵਿਹੜੇ ਧੀਜੇ ਖੇਡੇ, ਕੀ ਤੇਰਾ ਨੁਕਸਾਨ ਬਾਵਲਾ, ਧੀਆਂ ਘਰ ਦੀ ਸ਼ਾਨ ਬਾਵਲਾ। ਕੀ ਕਹਿ ਰਹੀ ਹੈ ਧੀ ਆਪਣੇ ਪਿਤਾ ਨੂੰ? ਕਹਿੰਦੀ ਹੈ ਪਿਤਾ, ਜੇ ਤੇਰੇ ਘਰ ਵਿੱਚ ਇੱਕ ਧੀ ਖੇਡ ਲਵੇਗੀ ਕੀ ਤੇਰਾ ਨੁਕਸਾਨ ਹੋ ਜਾਵੇਗਾ, ਕੋਈ ਨੁਕਸਾਨ ਹੋਵੇਗਾ ਤੁਹਾਡਾ? ਜਿਹੜੀਆਂ ਧੀਆਂ ਆਈਆਂ ਉਹ ਘਰ ਦੀ ਸ਼ਾਨ ਹੁੰਦੀਆਂ, ਘਰ ਦੀ ਸੁੰਦਰਤਾ ਹੁੰਦੀਆਂ, ਘਰ ਦਾ ਮਾਣ ਹੁੰਦੀਆਂ। ਬੰਦੇ ਨੇ ਮੁੱਠੀ ਵਿੱਚ ਕੀਤਾ ਭਾਵੇਂ ਬ੍ਰਹਿਮੰਡ ਸਾਰਾ, ਸਾਡੀ ਹੀ ਕਿਸਮਤ ਦਾ ਇਸ ਨੂੰ ਲੱਭਿਆ ਨਾ ਪਰਤਾਰਾ, ਬੈਠੇ ਇਕੱਲਾ ਕਦੇ ਤੂੰ ਸੋਚੀ, ਲਾ ਕੇ ਪੂਰਾ ਧਿਆਨ ਬਾਵਲਾ, ਧੀਆਂ ਘਰ ਦੀ ਸ਼ਾਨ ਬਾਵਲਾ। ਇਹਦੇ ਵਿੱਚ ਕਵੀ ਕੀ ਕਹਿ ਰਿਹਾ ਏ? ਕਹਿੰਦੇ ਭਾਵੇਂ ਇਨਸਾਨ ਨੇ ਬਹੁਤ ਤਰੱਕੀ ਕਰ ਲਈ ਹੈ, ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈਗੀ,
ਸਾਰਾ ਜਿਹੜਾ ਬ੍ਰਹਿਮੰਡ ਆ, ਸਾਰੀ ਜਿਹੜੀ ਦੁਨੀਆ, ਉਹਨੂੰ ਆਪਣੀ ਇੱਕ ਮੁੱਠੀ ਵਿੱਚ ਕਰ ਲਿਆ ਏ। ਸਾਡੀ ਹੀ ਕਿਸਮਤ ਦਾ ਇਸ ਨੂੰ ਕਿਸਮਤ ਹੁੰਦਾ ਏ ਭਾਗ। ਪਰ ਕਹਿੰਦੇ ਸਾਡੀ ਜਿਹੜਾ ਭਾਗ ਹੈਗਾ ਉਹਦਾ ਤਾਰਾ ਕਿਸੇ ਨੂੰ ਲੱਭਿਆ ਨਹੀਂ। ਬੈਠ ਇਕੱਲਾ ਕਦੇ ਤੂੰ ਸੋਚੀ, ਲਾ ਕੇ ਪੂਰਾ ਧਿਆਨ ਬਾਬਲਾ, ਧੀਆਂ ਘਰ ਦੀ ਸ਼ਾਨ ਬਾਬਲਾ। ਇਹਦੇ ਵਿੱਚ ਜਿਹੜੀ ਧੀ ਉਹ ਆਪਣੇ ਪਿਤਾ ਨੂੰ ਕਹਿ ਰਹੀ ਆ, ਕਹਿੰਦੀ ਤੁਸੀਂ ਕਦੇ ਇਕੱਲੇ ਬੈਠ ਕੇ ਧਿਆਨ ਲਾ ਕੇ ਸੋਚਿਓ ਵੀ ਜਿਹੜੀਆਂ ਧੀਆਂ ਉਹ ਘਰ ਦਾ ਮਾਣ ਹੁੰਦੀਆਂ ਨੇ, ਘਰ ਦੀ ਸੁੰਦਰਤਾ ਹੁੰਦੀਆਂ ਨੇ, ਘਰ ਦੀ ਸ਼ਾਨ ਹੁੰਦੀਆਂ ਨੇ। ਮੰਗਾ ਹੀਰੇ ਮੋਤੀ, ਨਾ ਹੀ ਗਹਿਣੇ ਗੱਟੇ, ਨਾ ਮੈਂ ਮੰਗਾ ਰੇਸ਼ਮ ਤੈਥੋਂ, ਨਾ ਰੰਗਦਾਰ ਦੁਪੱਟੇ, ਤੇਰੇ ਘਰ ਦਾ ਬਣਦਾ ਸਰਦਾ, ਸਭ ਕੁਝ ਹੀ ਪਰਵਾਨ ਬਾਬਲਾ, ਧੀਆਂ ਘਰ ਦੀ ਸ਼ਾਨ ਬਾਬਲਾ। ਇਹਦੇ ਵਿੱਚ ਹੁਣ ਜਿਹੜੀ ਧੀ ਆ ਉਹ ਕੀ ਕਹਿ ਰਹੀ ਆ ਆਪਣੇ ਬਾਬਲ ਨੂੰ, ਕਹਿੰਦੀ ਨਾ ਤਾਂ ਮੈਂ ਤੁਹਾਡੇ ਤੋਂ ਕੋਈ ਹੀਰੇ ਮੋਤੀ ਮੰਗ ਰਹੀ ਆ, ਗਹਿਣੇ ਹੁੰਦੇ ਹੈਗੇ ਟੂਮਾ, ਜਿਵੇਂ ਗਲ ਚ ਪਾਉਣ ਵਾਲਾ, ਨੱਕ ਚ ਪਾਉਣ ਵਾਲਾ, ਕੰਨਾਂ ਵਾਲਾ, ਬਾਹਾਂ ਵਾਲੇ, ਇਹਨਾਂ ਨੂੰ ਗਹਿਣੇ ਬੋਲਦੇ ਹੈਗੇ। ਉਹ ਕਹਿੰਦੀ ਨਾ ਤਾਂ ਮੈਂ ਤੁਹਾਡੇ ਤੋਂ ਕੋਈ ਹੀਰੇ ਮੋਤੀ ਦੀ ਮੰਗ ਕਰ ਰਹੀ ਆ, ਤੇ ਨਾ ਹੀ ਮੈਂ ਤੁਹਾਡੇ ਤੋਂ ਕੋਈ ਗਹਿਣਿਆਂ ਦੀ ਮੰਗ ਕਰ ਰਹੀ ਆ, ਨਾ ਮੈਂ ਮੰਗਾ ਰੇਸ਼ਮ ਤੈਥੋਂ। ਰੇਸ਼ਮ ਹੁੰਦਾ ਬੇਟੇ ਕੱਪੜਿਆਂ ਦੀ ਕਿਸਮ ਆਂਗੀ ਇੱਕ, ਦੁਪੱਟੇ ਹੁੰਦਾ ਚੁੰਨੀਆਂ। ਕੀ ਕਹਿ ਰਹੀ ਹੈ ਧੀ, ਕਹਿੰਦੀ ਨਾ ਤਾਂ ਮੈਂ ਤੁਹਾਡੇ ਤੋਂ ਕੋਈ ਰੇਸ਼ਮ ਦੇ ਕੱਪੜਿਆਂ ਦੀ ਮੰਗ ਕਰ ਰਹੀ ਆ, ਤੇ ਨਾ ਹੀ ਰੰਗਦਾਰ ਚੁੰਨੀਆਂ ਦੀ ਮੰਗ ਕਰ ਰਹੀ ਆ। ਤੇਰੇ ਘਰ ਦਾ ਬਣਦਾ ਸਰਦਾ, ਸਭ ਕੁਝ ਹੀ ਪਰਵਾਨ ਬਾਬਲਾ, ਧੀਆਂ ਘਰ ਦੀ ਸ਼ਾਨ ਬਾਬਲਾ। ਪਰਵਾਨ ਹੁੰਦਾ ਮਨਜ਼ੂਰ, ਕਬੂਲ। ਕੀ ਕਹਿ ਰਹੀ ਹੈ ਧੀ ਆਪਣੇ ਪਿਤਾ ਨੂੰ, ਵੀ ਜਿਹੜਾ ਵੀ ਤੁਸੀਂ ਕੁਝ ਮੈਨੂੰ ਦਿਓਗੇ, ਜੋ ਕੁਝ ਵੀ ਤੁਸੀਂ ਮੈਨੂੰ ਹੱਸ ਕੇ ਦਿਓਗੇ, ਉਹ ਸਾਰਾ ਕੁਝ ਮੈਨੂੰ ਮਨਜ਼ੂਰ ਹੋਊਗਾ। ਜਿਹੜੀਆਂ ਧੀਆਂ ਨੇ ਉਹ ਘਰ ਦੀ ਸ਼ਾਨ ਹੁੰਦੀਆਂ ਨੇ, ਘਰ ਦਾ ਮਾਣ ਹੁੰਦੀਆਂ ਹਨ। ਧੀਆਂ ਲਈ ਤਾਂ ਹਾ ਦਾ ਨਾਰਾ, ਵਿਰਲਾ ਹੀ ਕੋਈ ਮਾਰੇ, ਜੋ ਸਾਨੂੰ ਕਵਿਤਾਵਾਂ ਕਹਿੰਦੇ, ਜਾਈਏ ਉਸ ਤੋਂ ਵਾਰੇ, ਲੋਚੀ ਵਾਂਗੂ ਦੇ ਕੇ ਦੇਖੀ, ਸਾਨੂੰ ਭੋਰਾ ਮਾਣ ਬਾਬਲਾ, ਧੀਆਂ ਘਰ ਦੀ ਰੌਣਕ ਹੁੰਦੀਆਂ, ਧੀਆਂ ਘਰ ਦੀ ਸ਼ਾਨ ਬਾਬਲਾ। ਹਾ ਹੁੰਦਾ ਏ ਹੌਕਾ, ਬਿਰਲਾ ਹੁੰਦਾ ਏ ਕੋਈ ਕੋਈ। ਕੀ ਕਹਿ ਰਹੀ ਉਹ ਧੀ ਹੁਣ, ਕਹਿੰਦੀ ਧੀਆਂ ਦੇ ਲਈ ਜਿਹੜੇ ਹੌਂਕੇ ਆ ਉਹ ਤਾਂ ਕਿਸੇ ਕਿਸੇ ਅੰਦਰ ਹੀ ਹੁੰਦੇ ਹਨ। ਜੋ ਸਾਨੂੰ ਕਵਿਤਾਵਾਂ ਕਹਿੰਦੇ, ਜਾਈਏ ਉਸ ਤੋਂ ਵਾਰੇ, ਵਾਰੇ ਹੁੰਦਾ ਕੁਰਬਾਨ ਜਾਣਾ। ਜਿਹੜੇ ਕਹਿੰਦੇ ਸਾਨੂੰ ਕਵਿਤਾਵਾਂ ਕਹਿੰਦੇ ਨੇ, ਅਸੀਂ ਉਹਨਾਂ ਤੋਂ ਕੁਰਬਾਨ ਜਾਂਦੀਆਂ ਹਾਂ। ਲੋਚੀ ਵਾਂਗੂ ਦੇ ਕੇ ਦੇਖੀ, ਸਾਨੂੰ ਭੋਰਾ ਮਾਣ ਬਾਬਲਾ। ਲੋਚੀ ਹੈਗਾ ਬੇਟੇ ਤਰਲੋਚਨ ਲੋਚੀ, ਕਵਿਤਾ ਦਾ ਕਵੀ ਹੈਗਾ। ਇਹਦੇ ਵਿੱਚ ਧੀ ਆਪਣੇ ਬਾਬਲ ਨੂੰ ਕੀ ਕਹਿ ਰਹੀ ਆ, ਵੀ ਤੁਸੀਂ ਵੀ ਲੋਚੀ ਵਾਂਗੂ, ਭੋਰਾ ਹੁੰਦਾ ਥੋੜਾ ਜਿਹਾ, ਬਾਬਲ ਹੁੰਦਾ ਹੈ ਪਿਤਾ, ਵੀ ਲੋਚੀ ਦੇ ਵਾਂਗੂ ਸਾਨੂੰ ਥੋੜਾ ਜਿਹਾ ਮਾਣ ਦੇ ਕੇ ਦੇਖੋ। ਧੀਆਂ ਨੇ ਜਿਹੜੇ ਘਰ ਦੀ ਰੌਣਕ ਹੁੰਦੀਆਂ ਨੇ, ਜਿਹੜੀਆਂ ਧੀਆਂ ਨੇ ਉਹ ਘਰ ਦੀ ਸ਼ਾਨ ਹੁੰਦੀਆਂ ਨੇ, ਸੁੰਦਰਤਾ ਹੁੰਦੀਆਂ, ਘਰ ਦਾ ਮਾਣ ਹੁੰਦੀਆਂ ਨੇ। ਯਾਦ ਰੱਖਣ ਜੋ ਗੱਲਾਂ, ਔਰਤ ਤੋਂ ਬਿਨਾਂ ਸ੍ਰਿਸ਼ਟੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਵੀ ਔਰਤ ਤੋਂ ਬਿਨਾਂ ਜਿਹੜੀ ਇਹ ਸਾਰੀ ਦੁਨੀਆ ਉਹਦੀ ਕਲਪਨਾ ਹੀ ਨਹੀਂ ਹੋ ਸਕਦੀ। ਔਰਤ ਦਾ ਸਤਿਕਾਰ ਰੱਬ ਦਾ ਸਤਿਕਾਰ ਹੈ। ਅੱਗੇ ਹੈ ਔਖੇ ਸ਼ਬਦਾਂ ਦੇ ਅਰਥ। ਪਹਿਲਾ ਹੈਗਾ ਸ਼ਾਨ। ਸ਼ਾਨ ਕੀ ਹੁੰਦਾ, ਸੁੰਦਰਤਾ, ਮਾਣ। ਸੁੰਨਾ, ਸੁੰਨਾ ਹੁੰਦਾ ਹੈ ਚੁੱਪ। ਚਾ, ਚਾ ਮੀਨਸ ਖੁਸ਼ੀ। ਹੋਂਠਾਂ, ਹੋਂਠ ਹੁੰਦੇ ਆ ਬੁੱਲ। ਕਿਸਮਤ, ਕਿਸਮਤ ਨੂੰ ਕੀ ਕਹਿੰਦੇ ਆਪਾਂ, ਮੁਕੱਦਰ, ਭਾਗ। ਗਹਿਣੇ, ਗਹਿਣੇ ਹੁੰਦਾ ਟੂਮਾ। ਦੁਪੱਟੇ, ਦੁਪੱਟੇ ਹੁੰਦਾ ਚੁੰਨੀਆਂ। ਪਰਵਾਨ, ਪਰਵਾਨ ਮੀਨਸ ਮਨਜ਼ੂਰ। ਹਾ, ਹਾ ਹੁੰਦਾ ਹੈ ਹੌਕਾ। ਵਿਰਲਾ, ਵਿਰਲਾ ਮੀਨਸ ਕੋਈ ਕੋਈ। ਵਾਰੇ, ਕੁਰਬਾਨ। ਭੋਰਾ, ਥੋੜਾ, ਬਿਲਕੁਲ ਥੋੜਾ ਜਿਹਾ। ਬਾਬਲ ਹੁੰਦਾ ਏ ਪਿਤਾ। ਧੰਨਵਾਦ।